हम अवगुण भरे एक गुण नाही। अमृत छाड़ बिख बिख माया मोह परम पै फूले सुत दारा स्यों। एक उत्तम पंथ सुनो गुर संगत तेह मिलंत। एक अरदास पाठ कीरत की गुर रामदास। सुकहो टल गुर सेविय सहज सो पाए। दर्शन परसे गुरु का जन्म मरण दुख जाए। होवै सिफत खसम्मदि नूर अरसो कुरसो चटिया। डठे सच्चे पातशाह मल जन्म जन्म दे कटिया। सज्जन सच्चा पातशाह सिर साहाद साहो। जिस पास बैठया सोहिया सबना दा वेसाहो। सतनाम श्री वाहिगुरु साहिब जी। तनासरे महला पंजवा। जह जह पेखो तह हजूरा। दूर कत हो ना जाई। राव रहया सर्वतर में मन सदा ते आई। जह जह पेखो तह हजूर। दूर कत हो ना जाई। राव रहया सर्वतर में मन सदा ते आई। ईत ऊत नहीं बिछुड़ा सो संगी गनिया। बिन सो जाए जो निमख मह सो अलप सुख पनिया। रहाओ प्रतपाल अप्याओद काछ ऊन ना होई। सास सास समालता मेरा प्रभ सोई। अशाल अशेद अपार प्रभ ऊंचा जाका रूप। जप जप कर है आनंद जान आचार्य अनूप। सामत देहो दयाल प्रभ जित तुम है आराधा। नानक मंगा दान प्रभ रे
ਰੇਨ ਪਾਗ ਸਾਧਾ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੈ ਧਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਭਰ ਕੇ ਨੌਵੇਂ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੇ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਪਵਿੱਤਰ ਪਾਵਨ ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਆਓ ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਸਤਿਗੁਰਾਂ ਦਾ ਸ਼ਬਦ ਚੇਤਨ ਹੈ ਔਰ ਸਾਡੀ ਬਿਰਤੀ ਜੋ ਸਾਡੇ ਅੰਤःਕਰਨ ਵਿੱਚੋਂ ਉੱਠਦੀ ਹੈ ਉਸ ਬਿਰਤੀ ਦੇ ਵਿੱਚ ਵੀ ਚੇਤਨ ਦਾ ਆਭਾਸ ਹੈ, ਕਿਉਂਕਿ ਚੇਤਨ ਦਾ ਆਭਾਸ ਜਦੋਂ ਤੱਕ ਸਾਡੀ ਬਿਰਤੀ ਵਿੱਚ ਨਾ ਹੋਵੇ ਤਾਂ ਉਹ ਬਿਰਤੀ ਨਿਰਜੀਵ ਮੰਨੀ ਜਾਂਦੀ ਹੈ, ਉਹ ਬਿਰਤੀ ਨਿਰਚੇਤਨ ਮੰਨੀ ਜਾਂਦੀ ਹੈ, ਉੱਠ ਨਹੀਂ ਸਕਦੀ। ਸਤਿਗੁਰਾਂ ਦਾ ਸ਼ਬਦ ਵੀ ਚੇਤਨ ਹੈ ਕਿਉਂਕਿ ਇਸ ਸ਼ਬਦ ਦੀ ਚੇਤਨਤਾ ਗੁਰਦੇਵ ਨੇ ਜਗਾਈ ਹੈ। ਅੰਤःਕਰਨ ਵਿੱਚ ਉੱਠਣ ਵਾਲੀ ਬਿਰਤੀ ਵਿੱਚ ਜੋ ਪਰਮਾਤਮਾ ਦੀ ਚੇਤਨਤਾ ਦਾ ਆਭਾਸ ਹੈ ਉਹਦੇ ਦੁਆਰਾ ਜਦੋਂ ਬਿਰਤੀ ਉੱਠਦੀ ਹੈ ਤੇ ਸ਼ਬਦ ਰੂਪੀ ਚੇਤਨਤਾ ਨਾਲ ਜੁੜੇ ਤਾਂ ਇੱਕ ਮਿਕਤਾ ਬਣਦੀ ਹੈ। ਫਿਰ ਜਾ ਕੇ ਸਤਿਗੁਰਾਂ ਦੇ ਸ਼ਬਦ ਦੀ ਸਮਝ ਪੈਂਦੀ ਹੈ, ਸਤਿਗੁਰਾਂ ਦੇ ਸ਼ਬਦ ਦੀ ਕਲਾ ਅੰਦਰ ਵਰਤਦੀ ਹੈ। ਆਓ ਆਪਣੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜਨ ਲਈ ਗੁਰਦੇਵ ਦੇ ਪਾਵਨ ਪਵਿੱਤਰ ਬਚਨਾਂ ਦਾ ਆਸਰਾ ਲਈਏ, ਸ਼ਬਦ ਦਾ ਆਸਰਾ ਲਈਏ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜੂਰ ਦੂਰ ਕਤਹੁ ਨਾ ਜਾਈ। ਰਾਗ ਤਨਾਸਰੀ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਹੈ। ਜਿੱਥੇ ਜਿੱਥੇ ਵੀ ਮੈਂ ਵੇਖਦਾ ਹਾਂ ਤਹਿ ਤਹਿ ਉੱਥੇ ਉੱਥੇ ਹੀ ਮੈਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹਾਜ਼ਰਾਂ ਹਜ਼ੂਰ ਦਿਸਦਾ। ਜਿੱਥੇ ਜਿੱਥੇ ਵੀ ਵੇਖਦਾ, ਜਦੋਂ
ਨੇਤਰਾਂ ਵਿੱਚੋਂ ਭਰਮ ਦਾ ਪਰਦਾ ਦੂਰ ਹੋ ਜਾਂਦਾ ਹੈ। ਕਿਉਂਕਿ ਜੋ ਭਰਮ ਹੈ ਉਹ ਹੋਰ ਦਾ ਹੋਰ ਵਿਖਾਉਂਦਾ ਹੈ, ਜੋ ਹੈ ਉਹ ਨਹੀਂ ਦਿਸਦਾ ਭਰਮ ਦੇ ਵਿੱਚ, ਜੋ ਹੈ ਉਹ ਨਹੀਂ ਦਿਸਦਾ, ਜੋ ਨਹੀਂ ਹੈ ਉਹ ਦਿਸਦਾ ਹੈ। ਭਰਮ ਦੀ ਅਵਸਥਾ 'ਚ ਪਰ ਜਿਸ ਵੇਲੇ ਭਰਮ ਦਾ ਪਰਦਾ ਦੂਰ ਹੁੰਦਾ ਹੈ, ਜੋ ਹੈ ਬਸ ਉਹੀ ਦਿਸੇਗਾ, ਉਹਦੇ ਤੋਂ ਇਲਾਵਾ ਕੁਝ ਨਹੀਂ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਆਸ਼ਰਿਤ ਜਗਤ ਹੈ। ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ, ਸਾਰੇ ਸੰਸਾਰ ਦੇ ਜੀਵ ਜੰਤੂ ਪਰਮਾਤਮਾ ਦੀ ਚੇਤਨਤਾ ਦੇ ਆਸ਼ਰਿਤ ਹਨ। ਨਿਰੰਕਾਰ ਦੀ ਚੇਤਨਤਾ ਤੋਂ ਬਿਨਾਂ ਕੁਝ ਵੀ ਸਥਿਰ ਨਹੀਂ ਹੈ। ਪਰ ਉਹ ਚੇਤਨ ਜੋ ਢੱਕਿਆ ਹੋਇਆ, ਜਿਸ ਨੇ ਢੱਕਿਆ ਹੋਇਆ ਸਾਨੂੰ ਉਹ ਤਾਂ ਦਿਸ ਰਿਹਾ, ਜੋ ਹੈ ਹੀ ਨਹੀਂ। ਉਦਾਹਰਣ ਵਜੋਂ ਇੱਕ ਆਕਾਸ਼ ਹੈ ਖੁੱਲਾ, ਘੁਮਿਆਰ ਨੇ ਘੜਾ ਬਣਾਇਆ, ਘੜੇ ਦੇ ਵਿੱਚ ਵੀ ਇੱਕ ਆਕਾਸ਼ ਹੈ। ਖਾਲੀਪਨ ਜਿਹੜਾ ਘੜੇ ਦੇ ਅੰਦਰ ਹੁੰਦਾ ਹੈ ਉਹ ਘਟਾ ਆਕਾਸ਼। ਹੁਣ ਉਹ ਜਿਹੜਾ ਬਾਹਰਲਾ ਮਿੱਟੀ ਦਾ ਬਣਿਆ ਹੋਇਆ ਢਾਂਚਾ ਹੈ ਉਸ ਆਕਾਸ਼ ਨੂੰ ਅੰਦਰ ਢੱਕ ਲੈਂਦਾ, ਪਰ ਉਸ ਘੜੇ ਦੀ ਹੋਂਦ ਉਸ ਆਕਾਸ਼ ਤੋਂ ਬਿਨਾਂ ਨਹੀਂ ਹੈ। ਜੇ ਉਹ ਆਕਾਸ਼ ਨਹੀਂ ਹੋਵੇਗਾ ਤੇ ਘੜਾ ਨਹੀਂ ਬਣ ਸਕਦਾ। ਜੇ ਖਾਲੀ ਜਗ੍ਹਾ ਹੀ ਨਹੀਂ ਹੈ ਤਾਂ ਘੜਾ ਨਹੀਂ ਬਣ ਸਕਦਾ। ਆਕਾਸ਼ ਤੋਂ ਹੀ ਪੈਦਾ ਹੋ ਕੇ ਉਹ ਘੜਾ ਮੁੜ ਕੇ ਆਕਾਸ਼ ਨੂੰ ਹੀ ਢੱਕ ਲੈਂਦਾ। ਪਰਮਾਤਮਾ ਦੀ ਚੇਤਨਤਾ ਤੋਂ ਪੈਦਾ ਹੋ ਕੇ ਸਾਰਾ ਸੰਸਾਰ, ਮੁੜ ਕੇ ਸਾਰਾ ਸੰਸਾਰ ਉਸੇ ਨੂੰ ਢੱਕ ਲੈਂਦਾ। ਔਰ ਜੋ ਢੱਕਿਆ ਹੋਇਆ ਉਹ ਨਹੀਂ ਦਿਸਦਾ, ਉਹਨੂੰ ਕਹਿੰਦੇ ਨੇ ਭਰਮ। ਗੁਰੂ ਪਾਤਸ਼ਾਹ ਕੀ ਕਰਦੇ ਨੇ? ਸਤਿਗੁਰੂ ਜੀ ਸਾਡਾ ਭਰਮ ਨਿਵਾਰਦੇ ਹਨ। ਜਦੋਂ ਭਰਮ ਦੂਰ ਹੁੰਦਾ ਤਾਂ ਫਿਰ ਉਹ ਚੇਤਨ ਦਿਸ ਪੈਂਦਾ ਜਿਸ ਨੂੰ ਇਸ ਜਗਤ ਨੇ ਢਾਂਪਿਆ ਹੋਇਆ। ਤੇ ਜਦੋਂ ਦਿਸ ਪੈਂਦਾ ਫਿਰ ਕਹਿੰਦੇ ਨੇ ਜਹ ਜਹ ਪੇਖੋ, ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ ਤਹ ਹਜੂਰ, ਉੱਥੇ ਹੀ ਹਾਜ਼ਰਾਂ ਹਜੂਰ ਦਿਸਦਾ ਵਾਹਿਗੁਰੂ ਪਰਮੇਸ਼ਰ। ਰਾਏ ਬੁਲਾਰ ਜੀ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਅੰਤਲੇ ਸਮੇਂ ਦਰਸ਼ਨ ਦਿੱਤੇ। ਰਾਏ ਬੁਲਾਰ ਜੀ ਨੇ ਬੇਨਤੀ ਕੀਤੀ, ਸਤਿਗੁਰੂ ਅਨੇਕਾਂ ਜੀਵਾਂ ਦੇ ਭਰਮ ਦੂਰ ਕਰਕੇ ਤਿਨਾਂ ਨੂੰ ਆਪ ਜੀ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਂ ਵੀ ਤਾਂ ਤੁਹਾਡਾ ਸੇਵਕ ਹਾਂ ਸਤਿਗੁਰੂ, ਤੁਹਾਡੇ ਚਰਨਾਂ ਦਾ ਦਾਸ ਹਾਂ। ਕਿਰਪਾ ਕਰੋ ਮੈਨੂੰ ਵੀ ਬ੍ਰਹਮ ਗਿਆਨ ਦੀ ਸੋਝੀ ਬਖਸ਼ੋ। ਜਗਤ ਗੁਰੂ ਬਾਬਾ ਜੀ ਰਾਏ ਬੁਲਾਰ ਨੂੰ ਪੁੱਛਦੇ, ਰਾਏ ਜੀ ਇਹ ਦੱਸੋ ਕਿ ਤੁਸੀਂ ਆਪਣਾ ਸਰੂਪ ਕੀ ਮੰਨਿਆ ਹੋਇਆ? ਤਾਂ ਰਾਏ ਬੁਲਾਰ ਜੀ ਕਹਿੰਦੇ, ਮਹਾਰਾਜ ਮੈਂ ਰਾਏ ਭੱਟੀ ਹਾਂ, ਮੁਸਲਮਾਨਾਂ ਦੇ ਘਰੇ ਜਨਮਿਆ ਹਾਂ, ਤਲਵੰਡੀ ਦਾ ਰਾਜਾ ਹਾਂ, ਮੈਂ ਇਹ ਜਾਣਦਾ ਹਾਂ ਮੇਰਾ ਸਰੂਪ। ਪਾਤਸ਼ਾਹ ਕਹਿੰਦੇ, ਰਾਏ ਜੀ ਤੁਹਾਡਾ ਇਹ ਜਿਹੜਾ ਬਾਹਰੀ ਸਵਰੂਪ ਤੁਸੀਂ ਦੱਸ ਰਹੇ ਹੋ, ਕੀ ਇਹ ਤੁਹਾਡੇ ਜਨਮ ਤੋਂ ਪਹਿਲਾਂ ਸੀ ਜਾਂ ਇਹ ਮਰਨ ਤੋਂ ਬਾਅਦ ਰਹੇਗਾ? ਕਹਿੰਦੇ ਜੀ ਨਹੀਂ। ਫਿਰ ਇਹ ਤਾਂ ਤੁਹਾਡੇ ਸਰੀਰ ਦਾ ਨਾਂ ਹੋਇਆ। ਜਿਹੜਾ ਮਜ਼ਹਬ ਦੱਸ ਰਹੇ ਵੀ ਆਪਣੇ ਸਰੀਰ ਦਾ ਦੱਸ ਰਹੇ ਹੋ। ਸੁਰਤ ਨੂੰ ਥੋੜਾ ਜਿਹਾ ਸੂਖਸ਼ਮ ਕਰੋ, ਵੇਖੋ ਤੁਸੀਂ ਕੌਣ ਹੋ, ਤੁਹਾਡਾ ਸਵਰੂਪ ਕੀ ਹੈ।
ਕੋਲ ਪੂਰਨ ਗੁਰੂ ਨਾਨਕ ਸਾਹਿਬ ਜੀ ਬੈਠੇ ਰਾਏ ਬੁਲਾਰ ਜੀ ਦੀ ਸੁਰਤ ਨੂੰ ਸੂਖਮ ਕਰ ਰਹੇ ਨੇ। ਅੰਦਰ ਝਾਤੀ ਮਾਰ ਕੇ ਕਹਿੰਦੇ, ਮਹਾਰਾਜ ਇਹ ਸਰੀਰ ਆਪਣੇ ਆਪ ਤਾਂ ਕੁਝ ਵੀ ਨਹੀਂ ਕਰ ਸਕਦਾ, ਇਹ ਤਾਂ ਇੰਦਰੀਆਂ ਦੇ ਆਸ਼ਰਿਤ ਹੈ। ਇੰਦਰੀਆਂ ਦੇ ਆਸ਼ਰਿਤ ਹੈ। ਹੱਥ ਪੈਰ ਅੱਖਾਂ ਨਾਸਕਾ ਇਹ ਨਾ ਹੋਣ ਤਾਂ ਸਰੀਰ ਦਾ ਤਾਂ ਕੋਈ ਮਾਇਨਾ ਨਹੀਂ ਹੈ। ਮਹਾਰਾਜ ਫਿਰ ਮੈਨੂੰ ਇਸ ਸਰੀਰ ਤੋਂ ਪਰੇ ਆਪਣੀਆਂ ਇੰਦਰੀਆਂ ਦਿਸਦੀਆਂ ਨੇ ਕਿ ਇੰਦਰੀਆਂ ਕਰਕੇ ਸਰੀਰ ਚੱਲ ਰਿਹਾ ਹੈ। ਪਾਤਸ਼ਾਹ ਕਹਿਣ ਲੱਗੇ, ਨਹੀਂ ਰਾਏ, ਜਦੋਂ ਤੂੰ ਸੌ ਜਾਣਾ ਹੈ, ਸੁਪਨ ਅਵਸਥਾ ਦੇ ਵਿੱਚ ਹੁੰਨਾ, ਉਸ ਵੇਲੇ ਤਾਂ ਇਹ ਇੰਦਰੀਆਂ ਕੰਮ ਨਹੀਂ ਕਰਦੀਆਂ। ਉਸ ਵੇਲੇ ਜੋ ਕੰਮ ਕਰਦਾ ਉਸ ਨੂੰ ਵੇਖ, ਉਹ ਕੌਣ ਹੈ? ਕਿਉਂਕਿ ਇਹ ਇੰਦਰੀਆਂ ਤਾਂ ਜਦੋਂ ਸੌ ਗਏ, ਸੌਣ ਲਈ ਲੇਟਣ ਤੋਂ ਬਾਅਦ ਤਾਂ ਇੰਦਰੀਆਂ ਕੰਮ ਨਹੀਂ ਕਰ ਰਹੀਆਂ ਨਾ। ਸੁਪਨਾ ਆ ਰਿਹਾ ਹੈ, ਸੁਪਨੇ ਦੇ ਵਿੱਚ ਇਹ ਸਰੀਰ ਕੰਮ ਨਹੀਂ ਕਰ ਰਿਹਾ। ਕਹਿਣ ਲੱਗਾ, ਮਹਾਰਾਜ ਫਿਰ ਉੱਥੇ ਤਾਂ ਮਨ ਹੁੰਦਾ, ਕਿਉਂਕਿ ਮਨ ਕਰਕੇ ਇੰਦਰੀਆਂ ਚਲਦੀਆਂ ਨੇ। ਮਨ ਕਹਿੰਦਾ ਅੱਖਾਂ ਨੂੰ, ਮਨ ਕਹਿੰਦਾ ਕੰਨਾਂ ਨੂੰ ਸੁਣੋ, ਮਨ ਕਹਿੰਦਾ ਹੱਥਾਂ ਨੂੰ ਆਹ ਕਿਰਿਆ ਕਰੋ। ਮਹਾਰਾਜ ਜੀ ਕਹਿੰਦੇ, ਹਾਂ ਸੂਖਮ ਹੋਰ ਹੋ ਗਈ ਹੈ ਸੁਰਤ, ਹੋਰ ਅੰਦਰ ਵੇਖੋ। ਜਦੋਂ ਗੂੜੀ ਨੀਂਦ ਦੇ ਵਿੱਚ ਹੁੰਦੇ ਉਦੋਂ ਇਹ ਮਨ ਵੀ ਨਹੀਂ ਰਹਿੰਦਾ ਸੁਖੋਪਤੀ ਵਿੱਚ, ਉਦੋਂ ਤਾਂ ਇਸ ਮਨ ਦਾ ਵੀ ਵਿਲੈ ਹੋ ਜਾਂਦਾ। ਜਦੋਂ ਬਿਲਕੁਲ ਗੂੜੀ ਨਿੰਦਰਾ ਹੁੰਦੀ ਹੈ, ਜਿਹਨੂੰ ਸੁਖੋਪਤੀ ਕਹਿੰਦੇ ਆ, ਉਦੋਂ ਤਾਂ ਇਹ ਮਨ ਵੀ ਨਹੀਂ ਹੁੰਦਾ। ਫਿਰ ਤੁਸੀਂ ਮਨ ਕਿਵੇਂ ਹੋਏ ਜਿਹੜਾ ਉਦੋਂ ਰਹਿੰਦਾ ਹੀ ਨਹੀਂ? ਤੁਸੀਂ ਤਾਂ ਉਹ ਹੋ ਜੋ ਸदैवी ਹੈ। ਕਹਿਣ ਲੱਗਾ, ਮਹਾਰਾਜ ਉਸ ਤੋਂ ਪਰੇ ਮੈਨੂੰ ਬੁੱਧੀ ਦਿਸਦੀ ਹੈ, ਕਿਉਂਕਿ ਸੁਖੋਪਤੀ ਦਾ ਪਤਾ ਤਾਂ ਬੁੱਧੀ ਨੂੰ ਹੋ ਰਿਹਾ ਹੈ। ਮਹਾਰਾਜ ਜੀ ਕਹਿਣ ਲੱਗੇ, ਥੋੜਾ ਹੋਰ ਰਾਏ ਬੁਲਾਰ ਜੀ ਸੁਰਤ ਨੂੰ ਸੂਖਮ ਕਰੋ ਤੇ ਪਰੇ ਝਾਤੀ ਮਾਰੋ ਕਿ ਬੁੱਧੀ ਨੂੰ ਪ੍ਰਕਾਸ਼ ਕੌਣ ਦੇ ਰਿਹਾ ਹੈ? ਬੁੱਧੀ ਨੂੰ ਕੌਣ ਪ੍ਰਕਾਸ਼ ਦੇ ਰਿਹਾ ਹੈ? ਜਦੋਂ ਮਹਾਰਾਜ ਜੀ ਨੇ ਕਿਹਾ ਸੂਖਮ ਕਰਕੇ ਵੇਖੋ, ਵਿਖਾ ਰਹੇ ਨੇ ਗੁਰੂ ਨਾਨਕ ਸਾਹਿਬ ਕੋਲ ਬੈਠੇ, ਤੇ ਰਾਏ ਜੀ ਨੇ ਜਦੋਂ ਵੇਖਿਆ ਕਿ ਬੁੱਧੀ ਨੂੰ ਪ੍ਰਕਾਸ਼ਣ ਵਾਲਾ ਤਾਂ ਆਤਮ ਰਾਮ ਹੈ, ਬੁੱਧੀ ਨੂੰ ਆਤਮਾ ਪ੍ਰਕਾਸ਼ ਰਹੀ। ਉੱਥੇ ਜਦੋਂ ਗਏ ਤੇ ਰਾਏ ਬੁਲਾਰ ਜੀ ਦੀ ਸਮਾਧੀ ਲੱਗ ਗਈ, ਫਿਰ ਨਹੀਂ ਬੋਲੇ। ਉਸ ਸਰੂਪ ਨੂੰ ਵੇਖਦਿਆਂ ਸਾਰ ਸਮਾਧੀ ਸਥਿਤ ਹੋ ਗਏ। ਕੁਝ ਸਮਾਂ ਅਡੋਲ ਬੈਠੇ ਰਹੇ। ਗੁਰੂ ਬਾਬਾ ਜੀ ਫਿਰ ਬੋਲੇ, ਰਾਏ ਜੀ ਹੁਣ ਜੋ ਅੰਦਰ ਵੇਖ ਰਹੇ ਹੋ, ਨੇਤਰ ਖੋਲੋ, ਬਾਹਰ ਵੀ ਉਹੀ ਹੈ। ਅੱਖਾਂ ਖੋਲੋ, ਬਾਹਰ ਤੱਕੋ, ਜੋ ਅੰਦਰ ਤੱਕ ਰਹੇ ਹੋ ਬਾਹਰ ਵੀ ਉਹੀ ਹੈ। ਰਾਏ ਜੀ ਨੇ ਨੇਤਰ ਖੋਲੇ, ਜੋ ਸਵਰੂਪ ਅੰਦਰ ਸੀ ਆਤਮਾ ਦਾ ਪ੍ਰਕਾਸ਼ਣ ਵਾਲਾ, ਉਹੀ ਬਾਹਰ ਵੀ ਨਜ਼ਰ ਆ ਰਿਹਾ। ਗੁਰੂ ਬਾਬੇ ਦੇ ਰੂਪ ਵਿੱਚ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਵੀ ਦਿਸ ਰਿਹਾ। ਹਰ ਪਾਸੇ ਉਹੀ ਨਜ਼ਰ ਆ ਰਿਹਾ ਹੈ। ਇਹ ਉਹ ਅਵਸਥਾ ਹੈ ਜਿਹੜੀ ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਦੱਸੀ ਹੈ। ਗੁਰੂ ਕਿਰਪਾ ਤੋਂ ਬਿਨਾਂ ਇਹ ਅਵਸਥਾ ਨਹੀਂ ਬਣ ਸਕਦੀ। ਗੱਲਾਂ ਭਵੇਂ ਕਰਨੀਆਂ ਸੁਖਾਲੀਆਂ ਹਨ, ਕਹਿ ਦਿੰਨੇ ਆ ਜੇ ਸਾਰਿਆਂ ਵਿੱਚ ਹੀ ਰੱਬ ਵਸਦਾ, ਪਰਮੇਸ਼ਰ ਤਾਂ ਸਾਰਿਆਂ ਵਿੱਚ ਹੀ ਹੈ, ਕੁਦਰਤ ਵਿੱਚ ਹੀ ਰੱਬ ਵਸਦਾ ਹੈ। ਪਰ ਉਸ ਖੇਡ ਨੂੰ ਮਾਣਨ ਵਾਸਤੇ ਗੁਰੂ ਦੀ ਦਇਆ ਤੇ ਗੁਰੂ ਦਾ ਤਰਸ ਚਾਹੀਦਾ, ਗੁਰੂ ਕਿਰਪਾ ਤੋਂ ਬਿਨਾਂ ਨਹੀਂ। ਜਿਸ ਵਕਤ ਗੁਰਦੇਵ ਕਿਰਪਾ ਕਰਦੇ ਹਨ, ਫਿਰ ਕਹਿੰਦਾ ਜਹ ਜਹ ਪੇਖੋ, ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ। ਡਾਕਟਰ ਭਾਈ ਵੀਰ ਸਿੰਘ ਜੀ ਬੜਾ ਸੋਹਣਾ ਲਿਖਦੇ, ਉਹ ਕਹਿੰਦੇ ਨੈਣ ਮਿਟਿਆ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਨੈਣ ਮਿਟਿਆ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਨੇਤਰ ਮੁੰਦਰਤ ਕਰਦੇ ਅੰਦਰ ਦਿਸਦਾ ਹੈ, ਖੁੱਲਦੇ ਤਾਂ ਬਾਹਰ ਨਜ਼ਰ ਆਉਂਦਾ ਹੈ। ਅਸੀਂ ਤਾਂ ਬਾਹਰ ਨੇਤਰਾਂ ਨਾਲ ਵੇਖਦੇ ਹਾਂ ਤਾਂ ਸਾਨੂੰ ਸਰੀਰ ਧਾਰੀ ਜੀਵ ਨਜ਼ਰ ਆਉਂਦੇ ਹਨ। ਉਹਨਾਂ ਸਰੀਰਾਂ ਨੂੰ ਵੇਖ ਕੇ, ਸੰਸਾਰ ਦੇ ਪਦਾਰਥਾਂ ਨੂੰ ਵੇਖ ਕੇ ਸਾਡੇ ਮਨਾਂ ਵਿੱਚ ਕਈ ਤਰ੍ਹਾਂ ਦੇ ਭਾਵ ਉਤਪੰਨ ਹੁੰਦੇ ਹਨ।
ਕਿਉਂਕਿ ਸਾਨੂੰ ਵੱਖੋ ਵੱਖਰੇ ਜੀ ਜੰਤ ਨਜ਼ਰ ਆ ਰਹੇ ਨੇ, ਵੱਖੋ ਵੱਖਰੇ ਉਹਨਾਂ ਪ੍ਰਤੀ ਭਾਵ ਪੈਦਾ ਹੋ ਰਹੇ ਨੇ। ਪਰ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚੋਂ ਸਾਹਿਬ ਨੇ ਭਰਮ ਨਿਵਾਰ ਦਿੱਤਾ ਹੈ, ਪਰਦਾ ਦੂਰ ਕਰ ਦਿੱਤਾ ਹੈ, ਉਹ ਫਿਰ ਜਿੱਥੇ ਵੇਖਦੇ ਨੇ ਤਿਨਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਦਿਸਦਾ ਹੈ। ਮੈਂ ਇਹ ਕਥਾ ਕਥਨ ਕਰ ਰਿਹਾ, ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਅੱਗੇ ਅਰਜ਼ੋਈ ਕਰੀਏ, ਸਤਿਗੁਰੂ ਜੀ ਇਹ ਖੇਡ ਦੀ ਝਲਕ ਵਿਖਾ ਦੇਣ। ਕੇਵਲ ਕਥਨ ਤੇ ਸੁਣਨ ਦੇ ਵਿੱਚ ਹੀ ਨਾ ਇਹ ਖੇਡ ਰਹੇ, ਇਹ ਸਾਡੇ ਅਨੁਭਵ ਵਿੱਚ ਸਤਿਗੁਰੂ ਜੀ ਵਰਤਾ ਦੇਣ। ਇਹ ਅਰਦਾਸ ਗੁਰੂ ਚਰਨਾਂ 'ਚ ਕਰਨੀ ਚਾਹੀਏ। ਜਿੱਥੇ ਵੇਖਦਾ ਮਹਾਰਾਜ ਜੀ ਕਹਿੰਦੇ ਮੈਨੂੰ ਵਾਹਿਗੁਰੂ ਪਰਮੇਸ਼ਰ ਹਾਜ਼ਰਾ ਹਜ਼ੂਰ ਦਿਸਦਾ ਹੈ, ਤੇ ਮੈਨੂੰ ਕਿਤੇ ਦੂਰ ਨਹੀਂ ਦਿਸਦਾ। ਦੂਰ ਕਤਹੋ ਨਾ ਜਾਈਓ, ਕਿਤੇ ਦੂਰ ਨਹੀਂ ਜਾਂਦਾ। ਦੂਰ ਤਾਂ ਜਾਵੇ ਜੇ ਉਹਦੇ ਤੋਂ ਦੂਰ ਪਰੇ ਕੁਝ ਹੈ। ਇਹ ਆਕਾਸ਼ ਨੂੰ ਤੁਸੀਂ ਆਪਣੇ ਆਲੇ ਦੁਆਲੇ ਮਹਿਸੂਸ ਕਰ ਰਹੇ ਹੋ, ਇਹਨੂੰ ਤੁਸੀਂ ਨਾ ਨੇੜੇ ਕਹਿ ਸਕਦੇ ਹੋ ਨਾ ਦੂਰ ਕਹਿ ਸਕਦੇ ਹੋ। ਹੁਣ ਕੋਈ ਆਕਾਸ਼ ਵੱਲ ਉਂਗਲ ਉਹ ਆਕਾਸ਼ ਬੜੀ ਦੂਰ ਹੈ, ਤੇ ਕੋਈ ਸਿਆਣਾ ਆਖੇ ਵੀ ਜਿਹੜਾ ਉਹ ਬਹੁਤ ਦੂਰ ਕਹਿ ਰਿਹਾ, ਤੇ ਆ ਜਿੱਥੇ ਤੂੰ ਹੱਥ ਫਰਾ ਕੇ ਵਿਚਰ ਰਿਹਾ, ਇਹ ਜਿਹੜਾ ਆਲੇ ਦੁਆਲੇ ਹੱਥ ਜਿਹਦੇ ਵਿੱਚ ਫਿਰ ਰਿਹਾ, ਇਹ ਕੀ ਹੈ? ਜੇ ਆਕਾਸ਼ ਉਹ ਉੱਪਰ ਹੈ ਤਾਂ ਫਿਰ ਇਹ ਜਿਹੜਾ ਸਾਡੇ ਆਲੇ ਦੁਆਲੇ ਹੈ, ਜਿਹਦੇ ਵਿੱਚ ਅਸੀਂ ਬੈਠੇ ਹੋਏ ਹਾਂ, ਇਹ ਆਕਾਸ਼ ਇਹ ਕੀ ਹੈ? ਇਹਨੂੰ ਨਾ ਦੂਰ ਕਹਿ ਸਕਦੇ ਆ, ਨਾ ਨੇੜੇ ਕਹਿ ਸਕਦੇ ਆ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਏਦਾਂ ਜਾਣੀਏ ਵੀ ਉਹ ਕਿਤੇ ਕਿਸੇ ਤੋਂ ਦੂਰ ਨਹੀਂ ਹੈ। ਹਾਂਜੀ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਮੇਰਾ ਸੁਆਮੀ ਸਰਬੱਤਰ ਜੀਵਾਂ ਵਿੱਚ ਰਮਿਆ ਹੋਇਆ। ਸਰਬੱਤਰ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ। ਸਾਰਿਆਂ ਦੇਸ਼ਾਂ ਵਿੱਚ, ਸਾਰਿਆਂ ਭੇਸਾਂ ਵਿੱਚ ਉਹੀ ਵਸਦਾ ਹੈ। ਸਾਹਿਬ ਜੀ ਕਹਿੰਦੇ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ, ਹੇ ਮੇਰਿਆ ਮਨਾ, ਤੂੰ ਉਹਨੂੰ ਸਦਾ ਲਈ ਧਿਆ, ਤੂੰ ਉਸ ਨੂੰ ਸਦਾ ਲਈ ਆਰਾਧ, ਉਸ ਨੂੰ ਸਦਾ ਵਾਸਤੇ ਜਪ। ਏਤ ਊਤ ਨਹੀਂ ਵਿਛੋੜੈ ਸੋ ਸੰਗੀ ਗਣੀਐ। ਇੱਥੇ ਤੇ ਉੱਥੇ ਦੋਹਾਂ ਜਹਾਨਾਂ ਵਿੱਚ ਜੋ ਨਹੀਂ ਵਿਛੜਦਾ, ਹਰ ਸ਼ੈ ਵਿਛੜ ਜਾਂਦੀ ਏ। ਸਰੀਰ ਨਾਲ ਜੰਮਿਆ, ਇਹ ਵੀ ਅਖੀਰ ਨੂੰ ਵਿਛੜ ਜਾਣਾ। ਪੰਡਤ ਜੀ, ਪੰਡਤ ਗੁਲਾਬ ਸਿੰਘ ਜੀ ਬੜਾ ਸੁੰਦਰ ਕਹਿੰਦੇ ਹਨ। ਉਹ ਕਹਿੰਦੇ ਜਿਹੜੇ ਮੇਰੇ ਇਸ ਸਰੀਰ ਨਾਲ ਜਨਮੇ ਸਨ, ਮੇਰੇ ਬਹੁਤ ਸੰਗੀ ਮਿੱਤਰ ਸਨੇਹੀ ਸੰਬੰਧੀ, ਜਦੋਂ ਮੈਂ ਸਰੀਰ ਧਾਰਨ ਕੀਤਾ ਉਹ ਆਲੇ ਦੁਆਲੇ ਸਨ, ਮੇਰੇ ਵੇਖਦਿਆਂ ਉਹ ਸੰਗੀ ਚਲੇ ਗਏ। ਜਿਨ੍ਹਾਂ ਜਨਮਿਆ ਉਹ ਵੀ ਚਲੇ ਗਏ। ਅਖੀਰ ਨੂੰ ਇਹ ਜਿਹੜਾ ਸਰੀਰ ਮੇਰੇ ਨਾਲ ਜਨਮਿਆ, ਸਾਰੀ ਜ਼ਿੰਦਗੀ ਮੇਰੇ ਨਾਲ ਰਿਹਾ, ਛਿਨ ਛਿਨ ਕਰਕੇ ਵੀ ਚਲਾ ਗਿਆ। ਕਦੇ ਅੱਖਾਂ ਦੀ ਰੋਸ਼ਨੀ ਚਲੀ ਗਈ, ਕਦੇ ਕੰਨਾਂ ਦੀ ਸਰਵਣ ਦੀ ਸੁਣਨ ਦੀ ਸ਼ਕਤੀ ਘਟ ਗਈ, ਕਦੇ ਬੋਲਣ ਦੇ ਵਿੱਚ ਜ਼ੁਬਾਨ ਤੋਂ ਸ਼ੁਭ ਲਫ਼ਜ਼ ਨਹੀਂ ਬੋਲੇ ਜਾਂਦੇ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਚਲੀ ਗਈ, ਲੱਤਾਂ ਨਾਲ ਚੱਲਣ ਦੀ ਸ਼ਕਤੀ ਚਲੀ ਗਈ। ਅੱਜ ਸਰਾਣੇ ਦੇ ਲਾਗੇ ਪਿਆ ਹੋਇਆ ਪਾਣੀ ਦਾ ਇੱਕ ਕੁੱਜਾ ਵੀ ਸੈਂਕੜੇ ਕੋਹਾਂ ਤੇ ਪ੍ਰਤੀਤ ਹੁੰਦਾ। ਐ ਮੇਰਿਆ ਮਨਾ, ਜੇ ਇਹ ਸਭ ਕੁਝ ਚਲਾ ਗਿਆ ਹੈ, ਪਰ ਹੇ ਤ੍ਰਿਸ਼ਨਾ, ਇੱਕ ਤੂੰ ਐਸੀ ਹੈ ਕਿ ਜਦੋਂ ਦਾ ਮੈਂ ਜਨਮਿਆ ਵੇਖਦਿਆਂ ਮੇਰੇ ਨਾਲ ਦੇ ਸਭ ਸਾਥੀ ਇਹ ਸਰੀਰ ਤੱਕ ਚਲਾ ਗਿਆ, ਪਰ ਹੇ ਤ੍ਰਿਸ਼ਨਾ, ਤੂੰ ਹਾਲੇ ਤੱਕ ਮੈਨੂੰ ਛੱਡ ਕੇ ਨਹੀਂ ਗਈ। ਮਮ ਆਹੇ ਪਲਾਂਘਮ ਹੇ ਤ੍ਰਿਸ਼ਨਾ, ਹੇ ਤ੍ਰਿਸ਼ਨਾ, ਤੂੰ ਮੈਨੂੰ ਨਹੀਂ ਛੱਡਿਆ। ਤੇਰੇ ਅੱਗੇ ਵੀ ਬੇਨਤੀ, ਹੁਣ ਤੂੰ ਵੀ ਛੱਡ ਜਾ, ਤੂੰ ਵੀ ਚਲੀ ਜਾ। ਆਖੀਰ ਕਦੋਂ ਤੱਕ ਤੂੰ ਨਾਲ ਰਹੇਂਗੀ? ਤੂੰ ਵੀ ਤਿਆਗ ਜਾ।
ਸਭ ਕੁਝ ਛੁੱਟ ਜਾਂਦਾ ਹੈ, ਚਲਿਆ ਜਾਂਦਾ ਹੈ, ਪਰ ਇੱਕ ਵਾਹਿਗੁਰੂ ਪ੍ਰਮਾਤਮਾ ਨਿਰੰਕਾਰ ਦੀ ਚੇਤਨਤਾ ਜੋ ਇਸ ਸਰੀਰ ਦੇ ਜਾਣ ਤੋਂ ਬਾਅਦ ਵੀ ਸਾਡੇ ਨਾਲ ਰਹਿੰਦੀ ਹੈ। ਇਹ ਸਰੀਰ ਚਲੇ ਜਾਣ ਤੋਂ ਬਾਅਦ, ਅਗਨ ਦੇ ਵਿੱਚ ਸੜ ਜਾਣ ਤੋਂ ਬਾਅਦ ਵੀ ਉਹ ਰਹਿੰਦੀ ਹੈ। ਉਹਨੂੰ ਕਹਿੰਦੇ ਨੇ ਸੰਗੀ। ਈਤ ਊਤ ਨਹੀਂ ਵਿਛੜੈ, ਜਿਹੜਾ ਇੱਥੇ ਉੱਥੇ ਨਹੀਂ ਵਿਛੜਦਾ। ਸੋ ਸੰਗੀ ਗਨੀਐ, ਉਹਨੂੰ ਆਪਣਾ ਸੰਗੀ ਜਾਣੋ, ਉਹੀ ਸੰਗੀ ਹੈ, ਉਹੀ ਸਾਥੀ ਹੈ। ਬਿਨਸ ਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਣੀਐ। ਜੋ ਇੱਕ ਨਿਮਖ ਮਾਤਰ ਦੇ ਸਮੇਂ ਚ ਬਿਨਸ ਜਾਏ, ਉਹ ਅਲਪ ਸੁਖ ਹੈ, ਥੋੜਾ ਜਿਹਾ ਤੁੱਛ ਸੁਖ ਹੈ। ਕਿਉਂਕਿ ਜੋ ਥੋੜਾ ਹੁੰਦਾ ਉਹ ਬਿਨਸਦਾ ਹੈ। ਕਟੋਰੇ ਚ ਭਰਿਆ ਪਾਣੀ ਛਲਕ ਵੀ ਜਾਂਦਾ ਹੈ, ਕਟੋਰੇ ਚ ਭਰਿਆ ਪਾਣੀ ਠੰਡ ਪੈਣ ਨਾਲ ਸੀਤ ਹੋ ਜਾਂਦਾ ਹੈ, ਕਟੋਰੇ ਚ ਭਰਿਆ ਪਾਣੀ ਸੂਰਜ ਦੀਆਂ ਰਿਸਮਾਂ ਪੈਣ ਨਾਲ ਤਪ ਜਾਂਦਾ ਹੈ, ਕਿਉਂਕਿ ਥੋੜਾ ਹੈ ਨਾ। ਪਰ ਕਦੇ ਸਮੁੰਦਰ ਵਿੱਚ ਭਰਿਆ ਪਾਣੀ ਵੇਖੋ, ਉਹ ਨਾ ਸੁੱਕਦਾ ਹੈ, ਨਾ ਖਤਮ ਹੁੰਦਾ ਹੈ, ਨਾ ਉਹ ਬਹੁਤ ਸਰਦੀ ਪੈਣ ਦੇ ਨਾਲ ਠੰਡਾ ਹੋ ਜਾਂਦਾ ਹੈ, ਤੇ ਨਾ ਹੀ ਬਹੁਤ ਤਪਸ਼ ਪੈਣ ਨਾਲ ਉਹ ਤਪਦਾ ਹੈ। ਇੱਕੋ ਜਿਹਾ ਰਹਿੰਦਾ। ਇਸੇ ਤਰ੍ਹਾਂ ਜੋ ਬ੍ਰਹਮ ਗਿਆਨ ਦਾ ਸੁੱਖ ਹੈ, ਉਹ ਸਮੁੰਦਰ ਵਾਂਗੂ ਹੈ। ਸੰਸਾਰ ਦੇ ਜਿਤਨੇ ਸੁੱਖ ਨੇ, ਭੋਗਾਂ ਦੇ ਸੁੱਖ ਨੇ, ਉਹ ਕਟੋਰੇ 'ਚ ਭਰੇ ਹੋਏ ਪਾਣੀ ਦੇ ਸਮਾਨ ਨੇ। ਤੋ ਪਾਤਸ਼ਾਹ ਕਹਿੰਦੇ ਜੋ ਬਿਨਸ ਜਾਏ ਇੱਕ ਨਿਮਖ ਵਿੱਚ, ਉਹ ਸੰਸਾਰ ਦੇ ਸੁੱਖ ਤੁੱਛ ਸੁੱਖ ਨੇ, ਬ੍ਰਹਮ ਗਿਆਨ ਦੇ ਸੁੱਖ ਤੇ ਸਨਮੁਖ। ਹਾਂਜੀ। ਰਹਾਉ ਪ੍ਰਤਪਾਲ ਆਪਿਆਉ ਦੇ, ਕਾਛ ਊਣ ਨਾ ਹੋਈ। ਵਾਹਿਗੁਰੂ ਜੀ ਸੰਸਾਰ ਦੇ ਪ੍ਰਤੀਏਕ ਜੀਵ ਦੀ ਪਾਲਣਾ ਕਰਦੇ ਨੇ, ਹਰ ਇੱਕ ਜੀਵ ਨੂੰ ਅਪਿਆਉ ਰੋਜੀ ਦੇ ਕੇ। ਹਰ ਇੱਕ ਪ੍ਰਾਣੀ ਮਾਤਰ ਨੂੰ ਅਪਿਆਉ ਦਾ ਮਤਲਬ ਹੁੰਦਾ ਰੋਜੀ ਦੇਣਾ, ਹਰ ਇੱਕ ਨੂੰ ਰੋਜੀ ਦਿੰਦੇ। ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਤੋਂ ਕੋਈ ਵੀ ਜੀਵ ਊਣਾ ਨਹੀਂ ਰਹਿੰਦਾ ਵੀ ਕਿਸੇ ਨੂੰ ਨੇ ਰੋਜੀ ਨਾ ਦਿੱਤੀ ਹੋਵੇ। ਇਕੱਲੇ ਮਨੁੱਖ ਹੀ ਨਹੀਂ, ਸੰਸਾਰ ਦੇ ਸਮਸਤ ਜੀਵ ਜੰਤੂਆਂ ਨੂੰ ਰੋਜੀ ਦਿੰਦਾ ਪਰਮੇਸ਼ਰ, ਕੋਈ ਉਹਦੇ ਤੋਂ ਊਣਾ ਨਹੀਂ ਹੈ। ਜੋ ਜੋ ਜੀਵ ਨੂੰ ਚਾਹੀਦਾ ਹੈ, ਜੋ ਜੋ ਉਸਨੇ ਖਾਣਾ ਹੈ, ਪੁੰਚਣਾ ਹੈ, ਉਹ ਪਰਮੇਸ਼ਰ ਨੇ ਉਹਦੇ ਜਨਮ ਦੇ ਨਾਲ ਹੀ ਉਹਦੇ ਪੈਦਾ ਕਰ ਦਿੱਤਾ ਸਭ ਕੁਝ, ਜਿਹਨੂੰ ਆਪਾਂ ਪਰਾਲਬਧ ਕਹਿੰਦੇ ਆ। ਉਹ ਜਨਮ ਦੇ ਨਾਲ ਹੀ ਪਰਮੇਸ਼ਰ ਨੇ ਭੇਜ ਦਿੱਤੀ ਹੈ। ਜੋ ਕੁਛ ਪਾਇਆ ਸੋ ਇੱਕੋ ਵੇਰੀ ਵਾਹਿਗੁਰੂ ਪਰਮੇਸ਼ਰ ਨੇ ਉਹ ਖੇਡ ਕਰ ਦਿੱਤੀ ਹੈ। ਹਾਂਜੀ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਮੇਰਾ ਪ੍ਰਭੂ ਐਸਾ ਹੈ ਕਿ ਜਿਹੜਾ ਹਰ ਸਾਹ ਨਾਲ ਸਾਡੀ ਸੰਭਾਲਣਾ ਕਰਦਾ, ਪ੍ਰਤੀਪਾਲਣਾ ਕਰਦਾ, ਹਰ ਸਾਹ ਨਾਲ ਸਾਨੂੰ ਸੰਭਾਲਦਾ ਹੈ, ਸਵਾਸ ਸਵਾਸ ਸਾਡੀ ਸੰਭਾਲਣਾ ਕਰਦਾ। ਜਿਹੜਾ ਹਰ ਸਾਹ ਨਾਲ ਸਾਡੀ ਸੰਭਾਲਣਾ ਕਰਦਾ ਹੈ, ਮੇਰਿਆ ਮਨਾ ਤੈਨੂੰ ਚਾਹੀਦਾ ਹਰ ਸਾਹ ਨਾਲ ਉਸ ਦੀ ਸੰਭਾਲਣਾ ਕਰ। ਜੋ ਸਵਾਸ ਸਵਾਸ ਤੈਨੂੰ ਸੰਭਾਲਦਾ, ਤੈਨੂੰ ਚਾਹੀਦਾ ਸਵਾਸ ਸਵਾਸ ਉਸੇ ਨੂੰ ਸਿਮਰ। ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। ਹਰ ਸਾਹ ਨਾਲ ਉਸ ਵਾਹਿਗੁਰੂ ਨੂੰ ਸੰਭਾਲ ਜੋ ਹਰ ਇੱਕ ਜੀਵ ਦੀ ਸਵਾਸ ਸਵਾਸ ਕਰਕੇ ਪ੍ਰਤਪਾਲਣਾ ਕਰਦਾ ਹੈ। ਅਚਲ ਅਛੇਦ ਅਪਾਰ ਪ੍ਰਭ, ਊਚਾ ਜਾ ਕਾ ਰੂਪ। ਅਛਲ, ਅਛਲ
ਛਲਿਆ ਜਾਂਦਾ ਸਾਰਾ ਸੰਸਾਰ, ਛਲੇ ਜਾਂਦੇ ਨੇ ਸਾਰੇ ਜੀਵ, ਪਰ ਜਦੋਂ ਛਲ ਤੋਂ ਪਹਿਲਾਂ ਐੜਾ ਲੱਗ ਜਾਏ ਉਹਦਾ ਮਤਲਬ ਹੁੰਦਾ ਨਹੀਂ ਛਲਿਆ ਜਾਂਦਾ ਕੇਵਲ ਉਹ ਪ੍ਰਮਾਤਮਾ, ਉਹਨੂੰ ਨਹੀਂ ਕੋਈ ਛਲ ਸਕਦਾ। ਹਰ ਜੀਵ ਛਲਿਆ ਜਾ ਸਕਦਾ, ਹਰ ਜੀਵ ਛਲੇ ਜਾਂਦੇ ਵੀ ਆ, ਅਸੀਂ ਨਿਤ ਛਲੇ ਜਾਂਦੇ ਹਾਂ। ਸਾਨੂੰ ਤਾਂ ਮਿੱਟੀ ਦੇ ਬਣੇ ਪੁਤਲੇ ਛਲ ਲੈਂਦੇ ਹਨ, ਤੇ ਪਰਮਾਤਮਾ ਦੀ ਮਾਇਆ ਤਾਂ ਬੜੀ ਪ੍ਰਬਲ ਹੈ। ਪਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਅਛਲ ਹੈ, ਉਹਨੂੰ ਕੋਈ ਛਲ ਨਹੀਂ ਸਕਦਾ। ਜੇ ਕੋਈ ਆਖੇ ਕਿ ਮੈਂ ਆਪਣੇ ਛਲ ਨਾਲ, ਆਪਣੇ ਕਿਸੇ ਕਪਟ ਤੇ ਫਰੇਬ ਨਾਲ ਉਸ ਨੂੰ ਕਾਬੂ ਕਰ ਲਵਾਂ, ਨਹੀਂ ਹੋ ਸਕਦਾ। ਅਛਲ, ਅਛੇਦ, ਹਰ ਇੱਕ ਦੀ ਕੋਈ ਨਾ ਕੋਈ ਕਮੀ ਹੁੰਦੀ ਹੈ। ਹਰ ਇੱਕ ਜੀਵ ਦੇ ਵਿੱਚ ਊਣਤਾਈਆਂ ਹੁੰਦੀਆਂ, ਪੂਰਨ ਤਾਂ ਪਰਮੇਸ਼ਰ ਹੀ ਹੈ ਨਾ, ਅਛੇਦ ਤਾਂ ਪਰਮੇਸ਼ਰ ਨੂੰ ਹੀ ਕਹਾਂਗੇ। ਅਸੀਂ ਕਿਵੇਂ ਅਛੇਦ ਹੋ ਸਕਦੇ ਹਾਂ? ਸਾਡੇ ਵਿੱਚ ਤਾਂ ਕਮੀਆਂ ਹੀ ਕਮੀਆਂ ਹਨ, ਊਣਤਾਈਆਂ ਹੀ ਊਣਤਾਈਆਂ ਹਨ। ਇਹ ਗੱਲ ਵੱਖਰੀ ਹੈ, ਅਸੀਂ ਆਪਣੀਆਂ ਊਣਤਾਈਆਂ ਦੇ ਉੱਤੇ ਪਰਦਾ ਪਾ ਕੇ ਲੋਕਾਂ ਨੂੰ ਪ੍ਰਗਟ ਨਹੀਂ ਹੋਣ ਦਿੰਦੇ, ਪਰ ਕਮੀਆਂ ਤਾਂ ਬਹੁਤ ਨੇ। ਸਾਡੇ ਸਾਰਿਆਂ ਦੇ ਕੋਈ ਨਾ ਕੋਈ ਛੇਦ ਨੇ, ਪਰ ਪਰਮਾਤਮਾ ਅਛਿਦਰ ਹੈ। ਉਸ ਦਾ ਕੋਈ ਛੇਦ ਜਾਂ ਉਸ ਦੀ ਕੋਈ ਕਮੀ ਜਾਂ ਕੋਈ ਊਣਤਾ ਹੀ ਨਹੀਂ ਹੈ। ਅਛੇਦ ਨਾਮ, ਛੇਦਣ ਨਾਮ ਕੱਟਣ ਦਾ ਵੀ ਹੈ, ਉਹਨੂੰ ਕੱਟਿਆ ਨਹੀਂ ਜਾ ਸਕਦਾ, ਇਸ ਕਰਕੇ ਉਹ ਅਛੇਦ ਹੈ। ਅਪਾਰ, ਪਾਰਾਵਾਰ ਤੋਂ ਰਹਿਤ ਹੈ ਪ੍ਰਭੂ। ਊਚਾ ਜਾ ਕਾ ਰੂਪ, ਔਰ ਉਸ ਦਾ ਰੂਪ ਸਭ ਤੋਂ ਉੱਚਾ ਹੈ। ਜਪ ਜਪ ਕਰਹਿ ਆਨੰਦ ਜਨ, ਅਚਰਜ ਅਨੂਪ। ਉਹਦੇ ਜਿਹੜੇ ਜਨ ਨੇ ਉਸ ਨੂੰ ਜਪ ਜਪ ਕੇ ਆਨੰਦ ਕਰਦੇ ਹਨ, ਆਨੰਦ ਮਾਣਦੇ ਹਨ। ਜੋ ਅਚਰਜ ਹੈ ਔਰ ਅਨੂਪ, ਉਪਮਾ ਤੋਂ ਰਹਿਤ ਹੈ। ਅਚਰਜ ਅਨੂਪ, ਆਨੂਪ, अनुपमा यानी कि उपमा तो अनरहित। जो आश्चर्य भी है और उपमा तो रहत भी है, ਉਸ ਨੂੰ ਜਪ ਜਪ ਕੇ ਉਹਦੇ ਜਨ ਆਨੰਦ ਵਿੱਚ ਰਹਿੰਦੇ ਨੇ। ਲੋਕ ਕਹਿੰਦੇ ਉਹ ਵੇਖੋ ਜੀ ਕੀ ਹੋ ਗਿਆ, ਹਾਏ ਦੁਹਾਈ ਪਈ ਹੋਈ ਆ, ਫਲਾਣੇ ਪਾਸੇ ਆ ਹੋ ਗਿਆ, ਅਮਕੇ ਥਾਂ ਆ ਹੋ ਗਿਆ, ਜੀਵ ਮਰ ਰਹੇ ਨੇ, ਕੁਰਲਾ ਰਹੇ ਨੇ, ਆ ਹੋ ਗਿਆ, ਉਹ ਹੋ ਗਿਆ। ਚਿੰਤਤ ਆ ਨਾ ਅਸੀਂ, ਪਰ ਰੱਬ ਦੇ ਪਿਆਰੇ ਪਰਮੇਸ਼ਰ ਦੇ ਭਜਨ ਵਿੱਚ ਆਨੰਦ ਚ ਰਹਿੰਦੇ ਆ। ਕਹਿੰਦੇ ਜੋ ਹੋ ਰਿਹਾ ਭਲਾ ਹੀ ਹੋ ਰਿਹਾ। ਇਹ ਕਿਉਂ ਹੈ? ਕਿਉਂਕਿ ਉਹਨਾਂ ਨੇ ਆਪਣੇ ਟਿਕਾ ਚ ਰਹਿਣਾ, ਤੇ ਟਿਕਾ ਵਿੱਚ ਰਹਿਣ ਵਾਸਤੇ ਪਰਮੇਸ਼ਰ ਦਾ ਜਾਪ ਚਾਹੀਦਾ। ਜੇ ਕੋਈ ਵਿਚਲਿਤ ਹੋ ਵੀ ਜਾਏ ਤਾਂ ਵਿਚਲਿਤ ਹੋ ਕੇ ਆਪਣਾ ਮਨ ਹੀ ਅਸ਼ਾਂਤ ਹੁੰਦਾ ਨਾ, ਆਪਣਾ ਮਨ ਹੀ ਅਸ਼ਾਂਤ ਹੋਵੇਗਾ, ਆਪਣਾ ਮਨ ਹੀ ਵਿਚਲਿਤ ਹੋਵੇਗਾ। ਇਸ ਕਰਕੇ ਉਹਨੂੰ ਜਪ ਜਪ ਕੇ ਉਹ ਆਨੰਦ ਚ ਰਹਿੰਦੇ ਆ। ਤੱਤੀ ਤਵੀ ਤੇ ਬੈਠੇ ਵੀ ਆਨੰਦ ਚ ਨੇ, ਉਬਲਦੀ ਹੋਈ ਦੇਗ ਵਿੱਚ ਵੀ ਆਨੰਦ ਵਿੱਚ ਨੇ। ਔਰ ਜੇ ਸਮੇਂ ਦੇ ਹੁਕਮਰਾਨ ਨੂੰ ਕਹਿ ਰਹੇ ਨੇ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬੈਠੇ ਆ, ਕਿ ਤੂੰ ਇਹ ਠੀਕ ਨਹੀਂ ਪਿਆ ਕਰਦਾ, ਲੋਕਾਂ ਦੇ ਧਰਮ ਤਬਦੀਲ ਕਰਕੇ ਆਵਾਜ਼ ਵੀ ਬੁਲੰਦ ਕਰ ਰਹੇ ਨੇ, ਪਰ ਆਪਣਾ ਮਨ ਵਿਚਲਿਤ ਨਹੀਂ ਹੈ, ਆਪਣੇ ਹਿਰਦੇ 'ਚ ਆਨੰਦ ਹੈ। ਔਰ ਉਸ ਆਨੰਦ ਸਹਿਤ ਆਪਣੀ ਅਵਸਥਾ ਦੇ ਟਿਕਾ ਦੇ ਵਿੱਚ ਔਰੰਗੇ ਨੂੰ ਕਹਿੰਦੇ ਆ ਤੂੰ ਗਲਤ ਕਰ ਰਿਹਾ ਹੈ। ਅਸੀਂ ਕਿਸੇ ਨੂੰ ਕਹਿਣਾ ਹੋਵੇ ਨਾ ਵੀ ਤੂੰ ਗਲਤੀ ਕੀਤੀ ਹੈ, ਤੇ ਅਸੀਂ ਖਿਝ ਕੇ ਕਹਾਂਗੇ, ਗੁੱਸੇ ਵਿੱਚ ਕਹਾਂਗੇ, ਆਪਣੇ ਮਨ ਦੀ ਅਸ਼ਾਂਤੀ ਨਾਲ ਕਹਾਂਗੇ। ਪਰ ਪਾਤਸ਼ਾਹ ਵੀ ਕਹਿੰਦੇ ਨੇ ਬਾਬਰ ਨੂੰ ਜਾਬਰ, ਪਰ ਆਪਣੇ ਹਿਰਦੇ 'ਚ ਟਿਕਾ ਹੈ ਸ਼ਾਂਤੀ, ਆਨੰਦ। ਆਪਣਾ ਹਿਰਦਾ ਵਿਚਲਿਤ ਨਹੀਂ ਹੋਣ ਦਿੱਤਾ। ਆਪਣਾ ਰਸ ਕਿਉਂ ਖਰਾਬ ਕਰੀਏ?
ਆਪਣੇ ਆਨੰਦ ਨੂੰ ਕਿਉਂ ਜਾਣ ਦੇਈਏ। ਤੋ ਰੱਬ ਦੇ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪ ਜਪ ਕੇ ਆਨੰਦ ਵਿੱਚ ਰਹਿੰਦੇ ਹਨ। ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਆਰਾਧਾ। हे ਦਿਆਲੂ ਪ੍ਰਭੂ ਜੀ, ਕਿਰਪਾ ਕਰਕੇ ਸਾਨੂੰ ਸਾਹ ਮਤ ਦਿਓ, ਸ੍ਰੇਸ਼ਟ ਮਤ ਦਿਓ, ਸ੍ਰੇਸ਼ਟ ਮਤ ਦਿਓ, ਜਿਸ ਮਤ ਨੂੰ ਧਾਰਨ ਕਰਕੇ ਮੈਂ ਤੁਹਾਡੀ ਆਰਾਧਨਾ ਕਰਾਂ। ਜਿਤ ਤੁਮ ਹੈ ਆਰਾਧਾ, ਜਿਸ ਮਤ ਨੂੰ ਧਾਰਨ ਕਰਕੇ ਮੈਂ ਤੁਹਾਡੀ ਆਰਾਧਨਾ ਕਰਾਂ ਮਹਾਰਾਜ, ਐਸੀ ਮਤ ਮੈਨੂੰ ਪ੍ਰਦਾਨ ਕਰੋ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਮਹਾਰਾਜ, ਮੈਂ ਆਪ ਜੀ ਦੇ ਚਰਨ ਕਮਲਾਂ ਵਿੱਚੋਂ ਆਪ ਜੀ ਦੇ ਸਾਧੂਆਂ ਦੇ ਚਰਨਾਂ ਦੀ ਧੂੜੀ ਦੀ ਮੰਗ ਕਰਦਾ। ਕਿਰਪਾ ਕਰਕੇ ਮੈਨੂੰ ਆਪਣੇ ਨਾਮ ਜਪਣ ਵਾਲੇ ਸਾਧੂਆਂ ਦੇ ਚਰਨਾਂ ਦੀ ਧੂੜੀ ਬਖਸ਼ੋ। ਰੇਨ ਪਗ ਸਾਧਾ, ਜਿਹੜੇ ਸਾਧੂ ਨੇ, ਸਾਧ ਪਤਾ ਕਿਸ ਨੂੰ ਕਹਿੰਦੇ ਆ? ਜਿਹੜਾ ਸਿੱਧ ਹੋ ਗਿਆ ਉਹ ਸਾਧ ਹੁੰਦਾ, ਜਿਹੜਾ ਸਿੱਧ ਹੋ ਗਿਆ। ਇੱਕ ਸਾਧਕ ਹੁੰਦਾ ਤੇ ਸਾਧਕ ਕਰਦਾ ਸਾਧਨਾ, ਸਾਧਕ ਸਾਧਨਾ, ਔਰ ਫਿਰ ਜਾ ਕੇ ਉਹ ਬਣਦਾ ਸਿੱਧ। ਸਿੱਧ ਫਲ ਹੈ, ਸਾਧਨਾ ਬੀਜ ਹੈ। ਸਾਧਨਾ ਬੀਜ, ਜਾਂ ਕਹਿ ਲਈਏ ਸਾਧਕ ਸਾਧਨਾ ਦਾ ਬੀਜ ਬੀਜਦਾ ਔਰ ਉਹਦੇ ਤੋਂ ਫਲ ਪ੍ਰਾਪਤ ਹੁੰਦਾ ਸਿੱਧ, ਜੋ ਸਿੱਧ ਹੋ ਗਿਆ। ਐਸੇ ਜੋ ਸਿੱਧ ਪੁਰਸ਼ ਨੇ, ਯਾਨੀ ਕਿ ਸਾਧੂ ਨੇ, ਮਹਾਰਾਜ ਉਹਨਾਂ ਦੇ ਚਰਨਾਂ ਦੀ ਮੈਨੂੰ ਧੂੜ ਬਖਸ਼ੋ।